Hello students, in this lecture we discuss price determination in long period or determination of normal price। ਜਿਹੜੀ ਪ੍ਰਾਈਸ ਲੌਂਗ ਪੀਰੀਅਡ ਦੇ ਵਿੱਚ ਡਿਟਰਮਿਨ ਕੀਤੀ ਜਾਂਦੀ ਹੈ ਉਸ ਨੂੰ ਨਾਰਮਲ ਪ੍ਰਾਈਸ ਕਿਹਾ ਜਾਂਦਾ ਹੈ। ਇਸ ਨੂੰ ਲੌਂਗ ਪੀਰੀਅਡ ਪ੍ਰਾਈਸ ਵੀ ਕਿਹਾ ਜਾਂਦਾ ਹੈ। ਨਾਰਮਲ ਪ੍ਰਾਈਸ ਇਜ਼ ਇਨਫਲੂਐਂਸਡ ਮੋਰ ਬਾਈ ਸਪਲਾਈ ਦੈਨ ਡਿਮਾਂਡ। ਨਾਰਮਲ ਪ੍ਰਾਈਸ ਨੂੰ ਨਾਰਮਲ ਪ੍ਰਾਈਸ ਦੇ ਉੱਪਰ ਸਪਲਾਈ ਦਾ ਜ਼ਿਆਦਾ ਇਫੈਕਟ ਪੈਂਦਾ ਹੈ ਐਜ਼ ਕੰਪੇਅਰ ਟੂ ਡਿਮਾਂਡ। According to Marshall, normal price is that price which tends to prevail in a market when full time is given to the forces of demand and supply to adjust themselves। That means कि normal price ਉਹ ਪ੍ਰਾਈਸ ਹੈ ਜਿਹੜੀ ਉਸ ਮਾਰਕੀਟ ਵਿੱਚ ਡਿਟਰਮਿਨ ਹੁੰਦੀ ਆ ਜਦੋਂ ਡਿਮਾਂਡ ਅਤੇ ਸਪਲਾਈ ਦੀ ਫੋਰਸਿਸ ਨੂੰ ਪੂਰਾ ਫੁੱਲੀ ਟਾਈਮ ਮਿਲਦਾ ਆਪਣੇ ਆਪ ਨੂੰ ਐਡਜਸਟ ਕਰਨ ਦਾ। ਦੈਟ ਮੀਨਸ ਕਿ ਡਿਮਾਂਡ ਦੇ ਅਕੋਰਡਿੰਗ ਸਪਲਾਈ ਇਨਕਰੀਜ਼ ਡਿਕਰੀਜ਼ ਕਰ ਸਕਦੀ ਆ। ਇਸ ਤਰ੍ਹਾਂ ਡੈਫੀਨੇਸ਼ਨ ਤੋਂ ਕਲੀਅਰ ਹੈ ਕਿ ਜਿਹੜੀ ਨਾਰਮਲ ਪ੍ਰਾਈਸ ਆ ਉਹ ਕਿਹੜੀ ਪ੍ਰਾਈਸ ਆ ਜਿਹੜੀ ਕਿ ਲੌਂਗ ਪੀਰੀਅਡ ਦੇ ਵਿੱਚ ਡਿਟਰਮਿਨ ਕੀਤੀ ਜਾਂਦੀ ਆ। ਇੱਕ ਰੀਅਲ ਪ੍ਰਾਈਸ ਨਹੀਂ ਹੁੰਦੀ ਅੰਡਰ ਪਰਫੈਕਟ ਕੰਪੀਟੀਸ਼ਨ ਲੌਂਗ ਰਨ ਦੇ ਵਿੱਚ, ਕਿਉਂਕਿ ਸਪਲਾਈ ਗੈਟਸ ਸਫੀਸ਼ੀਐਂਟ ਪੀਰੀਅਡ ਟੂ ਐਡਜਸਟ ਇਟਸੈਲਫ। ਕਿ ਲੌਂਗ ਪੀਰੀਅਡ ਦੇ ਵਿੱਚ ਅਸੀਂ ਸਪਲਾਈ ਨੂੰ ਡਿਮਾਂਡ ਕੰਡੀਸ਼ਨਸ ਦੇ ਅਕੋਰਡਿੰਗ ਚੇਂਜ ਕਰ ਸਕਦੇ ਹਾਂ, ਉਸਨੂੰ ਐਡਜਸਟ ਕਰ ਸਕਦੇ ਹਾਂ। ਅਗਰ ਸਪਲਾਈ ਲੈਸ ਦੈਨ ਡਿਮਾਂਡ ਆ, ਇਫ ਸਪਲਾਈ ਇਜ਼ ਲੈਸ ਦੈਨ ਡਿਮਾਂਡ ਅਤੇ ਪ੍ਰਾਈਜ਼ਸ ਕੀ ਹੋਣਗੇ, ਇਨਕਰੀਜ਼ ਕਰਨ ਲੱਗ ਜਾਣਗੇ। ਜਦੋਂ ਪ੍ਰਾਈਸ ਇਨਕਰੀਜ਼ ਕਰ ਜਾਣਗੇ ਸੋ ਉਸ ਨਾਲ ਕੀ ਹੋਏਗਾ, ਜਿਹੜੇ ਪ੍ਰੋਡਿਊਸਰਸ ਆ ਉਹਨਾਂ ਦਾ ਪ੍ਰੋਫਿਟ ਵੀ ਇਨਕਰੀਜ਼ ਹੋਏਗਾ। ਰਾਈਜ਼ਿੰਗ ਪ੍ਰੋਫਿਟ ਨਾਲ ਕੀ ਹੋਗਾ, ਕਿਉਂਕਿ ਪ੍ਰੋਫਿਟ ਜ਼ਿਆਦਾ ਮਿਲਦਾ ਪਿਆ ਉਸ ਚੀਜ਼ ਦਾ ਪ੍ਰੋਡਕਸ਼ਨ ਕਰਕੇ, ਨਿਊ ਫਰਮਸ ਐਂਟਰ ਕਰ ਜਾਣਗੀਆਂ ਇੰਡਸਟਰੀਜ਼ ਦੇ ਵਿੱਚ, ਜਿਸ ਨਾਲ ਕੀ ਹੋਏਗਾ ਸਪਲਾਈ ਇਨਕਰੀਜ਼ ਕਰ ਜਾਏਗੀ। ਜਦੋਂ ਨਿਊ ਫਰਮਸ ਐਂਟਰ ਕਰਨਗੀਆਂ ਸਪਲਾਈ ਇਨਕਰੀਜ਼ ਕਰੇਗੀ ਅਤੇ ਦੈਨ ਜਿਹੜੇ ਸਾਰੇ ਪ੍ਰੋਡਿਊਸਰ ਆ ਜਿਹੜੇ ਸਭ ਨੂੰ ਪਹਿਲਾਂ ਸੁਪਰ ਨਾਰਮਲ ਪ੍ਰੋਫਿਟ ਮਿਲਦੇ ਸੀ ਉਹਨਾਂ ਨੂੰ ਕੀ ਮਿਲਣ ਦਾ ਸਟਾਰਟ ਹੋ ਜਾਏਗਾ, ਨਾਰਮਲ ਪ੍ਰੋਫਿਟਸ ਓਨਲੀ। ਇਫ ਸਪਲਾਈ ਇਜ਼ ਮੋਰ ਦੈਨ ਡਿਮਾਂਡ, ਅਗਰ ਸਪਲਾਈ ਡਿਮਾਂਡ ਤੋਂ ਜ਼ਿਆਦਾ ਆ ਅਤੇ ਉਸ ਨਾਲ ਕੀ ਹੋਏਗੀ, ਪ੍ਰਾਈਸ ਡਿਕਰੀਜ਼ ਕਰ ਜਾਏਗੀ ਐਂਡ ਜਿਹੜੇ ਪ੍ਰੋਡਿਊਸਰਸ ਹੋਣਗੇ ਉਹਨਾਂ ਨੂੰ ਕੀ ਆ, ਲੋਸ ਹੋਣਾ ਸਟਾਰਟ ਹੋ ਜਾਏਗਾ। ਇਸ ਨਾਲ ਕੀ ਹੋਏਗਾ, ਜਿਹੜੇ ਸਮ ਆਫ ਦਾ ਪ੍ਰੋਡਿਊਸਰ ਆ ਉਹ ਕੀ ਕਰ ਜਾਣਗੇ, ਇੰਡਸਟਰੀਜ਼ ਨੂੰ ਲੀਵ ਆਊਟ ਕਰ ਦੇਣਗੇ ਜਿਹੜੇ ਲੋਸ ਵਿੱਚ ਚੱਲਦੇ ਆ। ਦੈਨ ਉਸ ਨਾਲ ਕੀ ਹੋਏਗਾ, ਜਿਹੜੀ ਟੋਟਲ ਸਪਲਾਈ ਕੀ ਹੋ ਜਾਏਗੀ, ਡਿਕਰੀਜ਼ ਹੋ ਜਾਏਗੀ। ਕਿਉਂਕਿ ਪਹਿਲਾਂ 10 ਫਰਮਸ ਅਗਰ ਪ੍ਰੋਡਕਸ਼ਨ ਕਰਦੀਆਂ ਸੀ, ਕੁਝ ਫਰਮਸ ਜਿਹੜੀਆਂ ਲੋਸ ਵਿੱਚ ਚੱਲਦੀਆਂ ਸੀ ਉਹ ਛੱਡ ਗਈਆਂ, ਠੀਕ ਹੈ, ਸਿਰਫ 7 to 8 ਪ੍ਰੋਡਕਸ਼ਨ ਕਰਨ ਵਾਲੀ ਰਹਿ ਗਿਆ। ਦੈਟ ਮੀਨਸ ਸਪਲਾਈ ਵਿੱਚ ਵੀ ਕਮੀ ਆ ਗਈ। ਸਪਲਾਈ ਵਿੱਚ ਡਿਕਰੀਜ਼ ਆਉਣ ਦੇ ਕਾਰਨ ਪ੍ਰਾਈਜ਼ਸ ਰਾਈਜ਼ ਕਰਨਾ ਸਟਾਰਟ ਹੋ ਜਾਣਗੇ ਅਤੇ ਨੋਰਮਲ ਲੈਵਲ 'ਤੇ ਆ ਕੇ ਸੈੱਟ ਹੋ ਜਾਣਗੇ। Determination of normal price is explained with the help of figure 9। In figure 9 ਪ੍ਰੋਡਕਟ ਦੀ ਕੁਆਂਟਿਟੀ ਨੂੰ ਐਕਸ ਐਕਸਿਸ ਦੇ ਵਿੱਚ ਸ਼ੋ ਕੀਤਾ ਗਿਆ ਆ ਐਂਡ ਵਾਈ ਐਕਸਿਸ 'ਤੇ ਪ੍ਰਾਈਸ ਸ਼ੋ ਕੀਤੀ ਗਈ ਆ ਪ੍ਰੋਡਕਟ ਦੀ। ਡੀ ਡਿਮਾਂਡ ਕਰਵ ਆ ਐਂਡ ਐਲ ਐਸ ਇਜ਼ ਏ ਲੌਂਗ ਰਨ ਸਪਲਾਈ ਕਰਵ। ਡਿਮਾਂਡ ਐਂਡ ਸਪਲਾਈ ਕਰਵ ਈ ਪੁਆਇੰਟ ਦੇ ਉੱਪਰ ਇੱਕ ਦੂਸਰੇ ਨੂੰ ਇੰਟਰਸੈਕਟ ਕਰ ਰਹੇ ਆ। ਇਸ ਕਾਰਨ ਜਿਹੜੀ ਇਕੁਲਿਬਰੀਅਮ ਕੁਆਂਟਿਟੀ ਕੀ ਹੈ, ਦੈਟ ਇਜ਼ ਓ ਕਿਊ ਐਂਡ ਜਿਹੜਾ ਇਕੁਲਿਬਰੀਅਮ ਪ੍ਰਾਈਸ ਜਿਹੜਾ ਡਿਟਰਮਿਨ ਹੋਇਆ ਦੈਟ ਇਜ਼ ਓ ਪੀ ਪ੍ਰਾਈਸ। ਇਫ ਡਿਊ ਟੂ ਸਮ ਰੀਜ਼ਨਸ ਇੰਡਸਟਰੀ ਆਪਣੀ ਪ੍ਰਾਈਜ਼ਸ ਰਾਈਜ਼ ਕਰਦੀ ਆ, ਓ ਪੀ ਤੋਂ OP1 ਪ੍ਰਾਈਸ ਸੈੱਟ ਕਰ ਦਿੰਦੀ ਆ। ਮਤਲਬ ਕਿ ਪ੍ਰਾਈਸ ਪਹਿਲਾਂ OP ਸੀ, ਉਹ ਕੀ ਪ੍ਰਾਈਸ ਇਨਕਰੀਜ਼ ਕਰਕੇ ਕੀ ਕਰ ਦਿੰਦੀ, OP1। ਦੈਨ ਜਿਹੜਾ ਪ੍ਰਾਈਸ ਪਹਿਲਾਂ ਡਿਟਰਮਿੰਡ ਹੋਇਆ ਸੀ ਨਾਰਮਲ ਪ੍ਰਾਈਸ ਦੈਟ ਇਜ਼ OP, ਜਿਹੜਾ ਪ੍ਰਾਈਸ OP1 ਸੈੱਟ ਕੀਤਾ ਉਸ ਤੋਂ ਬੈਕ ਆ ਕੇ ਅਗੇਨ OP 'ਤੇ ਸੈੱਟ ਹੋ ਜਾਏਗਾ। ਕਿ ਜਿਹੜੀ ਪ੍ਰਾਈਸ ਇਨਕਰੀਜ਼ ਕੀਤੀ ਆ ਉਹ ਫਿਰ ਅਗੇਨ ਬੈਕ ਆ ਕੇ OP 'ਤੇ ਸੈੱਟ ਹੋ ਜਾਏਗੀ। ਰੀਜ਼ਨ ਬੀਂਗ ਕੀ ਆ ਕਿ ਐਟ OP ਪ੍ਰਾਈਸ ਜਿਹੜਾ OP1 ਜਿਹੜਾ ਪੁਆਇੰਟ ਆ ਉਹ ਇਕੁਲਿਬਰੀਅਮ ਪ੍ਰਾਈਸ ਨਹੀਂ ਹੈਗੀ, ਬਿਕੋਜ਼ OP1 ਪ੍ਰਾਈਸ ਦੇ ਉੱਪਰ ਜਿਹੜੀ ਡਿਮਾਂਡ ਆ ਉਹ ਕਿੰਨੀ ਆ, OQ2। ਜਿਹੜੀ ਸਪਲਾਈ ਆ ਉਹ ਹੈਗੀ ਆ, ਸਪਲਾਈ ਇਜ਼ OM। ਦੈਟ ਮੀਨਸ ਕਿ ਸਪਲਾਈ ਇਜ਼ ਗ੍ਰੇਟਰ ਦੈਨ ਡਿਮਾਂਡ।
ਸਪਲਾਈ ਜ਼ਿਆਦਾ ਆ ਐਂਡ ਡਿਮਾਂਡ ਘੱਟ ਆ, ਇਸ ਕਰਕੇ ਇੰਡਸਟਰੀ ਨੂੰ ਅਗਰ ਉਹ ਆਪਣੀ ਡਿਮਾਂਡ ਨੂੰ ਇਨਕਰੀਜ਼ ਕਰਨਾ ਚਾਹੁੰਦਾ ਆ ਤਾਂ ਉਸਨੂੰ ਕੀ ਕਰਨਾ ਕਹੇਗਾ, ਅਗੇਨ ਪ੍ਰਾਈਸ ਕੀ ਆ, ਲੋ ਸੈੱਟ ਕਰਨੀ ਪਏਗੀ, ਦੈਟ ਇਜ਼ OP। ਇਫ ਔਨ ਦਾ ਕੰਟਰਰੀ ਇੰਡਸਟਰੀ ਲੋਅਰ ਦਾ ਪ੍ਰਾਈਸ, ਅਗਰ ਇੰਡਸਟਰੀ ਆਪਣੀ ਪ੍ਰਾਈਸ ਘੱਟ ਕਰਦੀ ਆ OP2 ਕਰਦੀ ਆ। ਪਹਿਲਾ ਪ੍ਰਾਈਸ ਕੀ, ਇਕੁਲਿਬਰੀਅਮ ਪ੍ਰਾਈਸ ਜਿਹੜੀ ਨੋਰਮਲ ਪ੍ਰਾਈਸ ਉਹ OP ਆ। ਅਗਰ ਇੰਡਸਟਰੀ ਆਪਣੀ ਇਸ ਪ੍ਰਾਈਸ ਤੋਂ ਘੱਟ ਕਰਦੀ ਆ ਉਸਨੂੰ OP2 ਫਿਕਸ ਕਰ ਲੈਂਦੀ ਆ। ਉਹ ਵੀ ਕੀ ਹੋਏਗਾ, ਉਸਦਾ ਇਕੁਲਿਬਰੀਅਮ ਪੁਆਇੰਟ ਨਹੀਂ ਹੈਗਾ, ਪ੍ਰਾਈਸ ਅਗੇਨ ਵੱਧ ਕੇ OP 'ਤੇ ਸੈੱਟ ਹੋ ਜਾਏਗੀ। ਰੀਜ਼ਨ ਬੀਇੰਗ ਕੀ ਆ, ਕਿਉਂਕਿ OP2 ਪ੍ਰਾਈਸ ਦੇ ਉੱਪਰ ਜਿਹੜੀ ਡਿਮਾਂਡ ਆ ਉਹ ਕਿੰਨੀ ਆ, ਦੈਟ ਇਜ਼ demand is OQ1 and supply ਕਰਵ ਨੂੰ ਕਿੱਥੇ ਟੱਚ ਕਰਿਆ, that is ON, that means demand is greater than supply। ਕਿ ਜਦੋਂ ਕਿਸੇ ਗੁੱਡਸ ਦੀ ਸਪਲਾਈ 100 ਆ ਸਿਰਫ ਬਟ ਡਿਮਾਂਡ 200 ਗੁੱਡਸ ਦੀ ਹੋ ਰਹੀ ਆ ਤੇ ਆਟੋਮੈਟਿਕਲੀ ਸਪਲਾਈ ਘੱਟ ਆ ਡਿਮਾਂਡ ਬਹੁਤ ਜ਼ਿਆਦਾ, ਆਟੋਮੈਟਿਕਲੀ ਪ੍ਰਾਈਸ ਕੀ ਹੋ ਜਾਏਗੀ, ਇਨਕਰੀਜ਼ ਕਰ ਜਾਏਗੀ। ਇਸ ਲਈ ਅਗੇਨ ਪ੍ਰਾਈਸ OP2 ਤੋਂ ਇਨਕਰੀਜ਼ ਕਰਕੇ OP 'ਤੇ ਸੈੱਟ ਹੋ ਜਾਏਗੀ। ਬਿਕੋਜ਼ OP ਕੀ ਆ, ਇਕੁਲਿਬਰੀਅਮ ਪੁਆਇੰਟ ਆ ਜਿੱਥੇ ਡਿਮਾਂਡ ਐਂਡ ਸਪਲਾਈ ਦੋਨੋਂ ਇਕੁਅਲ ਆ। ਲੌਂਗ ਰਨ ਸਪਲਾਈ ਕਰਵ ਜ਼ਰੂਰੀ ਨਹੀਂ ਹੋ ਕਿ ਹਮੇਸ਼ਾ ਅਪਵਰਡ ਸਲੋਪਿੰਗ ਹੋਵੇ। ਇਸ ਦੀ ਜਿਹੜੀ ਸਲੋਪ ਆ ਉਹ ਡਿਪੈਂਡ ਕਰਦੀ ਆ ਲੋ ਆਫ ਰਿਟਰਨਸ ਆਫ ਸਕੇਲ ਔਰ ਕਾਸਟ 'ਤੇ ਅੰਡਰ ਵਿਚ ਪ੍ਰੋਡਕਸ਼ਨ ਟੇਕ ਪਲੇਸ। ਦੈਟ ਮੀਨਸ ਕਿ ਲੌਂਗ ਰਨ ਦੇ ਵਿੱਚ ਜਿਹੜੀ ਸਪਲਾਈ ਕਰਵ ਆ ਜ਼ਰੂਰੀ ਨਹੀਂ ਕਿ ਅਪਵਰਡ ਸਲੋਪਿੰਗ ਹੋਵੇ, ਠੀਕ ਆ। ਉਹ ਕਿਸ 'ਤੇ ਡਿਪੈਂਡ ਕਰਦੀ ਆ, ਲੋ ਆਫ ਰਿਟਰਨ ਆਫ ਸਕੇਲ 'ਤੇ। ਲੌਂਗ ਰਨ ਪ੍ਰਾਈਸ ਔਰ ਨੋਰਮਲ ਪ੍ਰਾਈਸ ਐਂਡ ਲੋ ਆਫ ਰਿਟਰਨ ਟੂ ਸਕੇਲ। ਜਿਹੜੀ ਨੋਰਮਲ ਪ੍ਰਾਈਸ ਆ ਉਹ ਕੀ ਇਨਫਲੂਐਂਸਡ ਹੁੰਦੀ ਆ ਬਾਏ ਦਾ ਲੋ ਆਫ ਰਿਟਰਨ ਟੂ ਸਕੇਲ। It may be noted that in the long period, supply curve of an industry corresponds to its marginal cost curve। ਇਸ ਕਾਰਨ ਜਦੋਂ marginal cost ਵਿੱਚ change ਆਉਂਦਾ ਉਸ ਦੇ ਕਾਰਨ normal price ਵਿੱਚ ਵੀ change ਆਉਂਦਾ ਹੈ। Now first point is normal price and law of increasing returns to scale or diminishing cost industry। ਲੋ ਆਫ ਇਨਕਰੀਜ਼ਿੰਗ ਰਿਟਰਨ ਨੂੰ ਲੋ ਆਫ ਡਿਕਰੀਜ਼ਿੰਗ ਕਾਸਟ ਵੀ ਕਿਹਾ ਜਾਂਦਾ ਹੈ। ਅਕੋਰਡਿੰਗ ਟੂ ਦਿਸ ਲੋ ਕਿ ਜਦੋਂ ਲੌਂਗ ਰਨ ਦੇ ਵਿੱਚ ਕੋਮੋਡਿਟੀ ਅਤੇ ਪ੍ਰੋਡਕਸ਼ਨ ਨੂੰ ਇਨਕਰੀਜ਼ਡ ਕੀਤਾ ਜਾਂਦਾ ਹੈ ਦੈਨ ਇੰਡਸਟਰੀ ਬਹੁਤ ਸਾਰੇ ਸੈਵਰਲ ਇਕੋਨਮੀਜ਼ ਇੰਜੋਏ ਕਰਦੀ ਆ। ਐਜ਼ ਅ ਰਿਜ਼ਲਟ ਆਫ ਦਿਸ ਇਕੋਨਮੀਜ਼, ਇੰਟਰਨਲ ਐਕਸਟਰਨਲ ਇਕੋਨਮੀਜ਼ ਵਾਲਾ ਚੈਪਟਰ ਅਸੀਂ ਪਹਿਲੇ ਰੀਡ ਆਊਟ ਕਰ ਚੁੱਕੇ ਹਾਂ ਕਿ ਇਕੋਨਮੀਜ਼ ਕੀ ਹੁੰਦੀਆਂ, ਕਿ ਲਾਈਕ ਇੰਡਸਟਰੀ ਨੂੰ ਬਹੁਤ ਸਾਰੀਆਂ ਸੇਵਿੰਗਸ ਹੋਣ ਲੱਗ ਜਾਂਦੀਆਂ, ਠੀਕ ਹੈ। ਇੰਡਸਟਰੀ ਬਹੁਤ ਸਾਰੀਆਂ ਸੈਵਰਲ ਇਕੋਨਮੀਜ਼ ਇੰਜੋਏ ਕਰਦੀਆਂ ਜਿਸ ਕਾਰਨ ਇਹਨਾਂ ਇਕੋਨਮੀਜ਼ ਦੇ ਕਾਰਨ ਮਾਰਜਨਲ ਕੋਸਟ ਐਂਡ ਐਵਰੇਜ ਕੋਸਟ ਜਿਹੜੀ ਇੰਡਸਟਰੀਜ਼ ਹੀ ਆ ਉਹ ਫੋਲ ਕਰਨਾ ਸਟਾਰਟ ਕਰ ਜਾਂਦੀ ਆ। ਸਿੰਸ ਜਿਹੜੀ ਨੋਰਮਲ ਪ੍ਰਾਈਸ ਉਹ ਇਕੁਅਲ ਹੁੰਦੀ ਮਾਰਜਨਲ ਕੋਸਟ ਐਂਡ ਐਵਰੇਜ ਕੋਸਟ 'ਤੇ, ਇਸ ਕਾਰਨ ਉਹ ਵੀ ਫੋਲ ਕਰਨਾ ਸਟਾਰਟ ਕਰ ਜਾਂਦੀ ਆ। ਇਸ ਤਰ੍ਹਾਂ ਜਦੋਂ ਪ੍ਰੋਡਕਸ਼ਨ ਕਿਸੇ ਕੋਮੋਡਿਟੀ ਦਾ ਪ੍ਰੋਡਕਸ਼ਨ ਲੋ ਆਫ ਇਨਕਰੀਜ਼ਿੰਗ ਰਿਟਰਨ ਦੇ ਅੰਡਰ ਹੁੰਦਾ ਹੈ ਅਤੇ ਦੈਨ ਜਦੋਂ ਪ੍ਰੋਡਕਸ਼ਨ ਇਨਕਰੀਜ਼ ਹੁੰਦਾ ਹੈ ਤਾਂ ਕੋਮੋਡਿਟੀ ਦੀ ਜਿਹੜੀ ਪ੍ਰਾਈਸ ਆ ਉਹ ਇਨੀਸ਼ੀਅਲੀ ਫੋਲ ਕਰਨਾ ਸਟਾਰਟ ਕਰ ਜਾਂਦੀ ਆ। ਇਟ ਇਜ਼ ਸ਼ੋਨ ਇਨ ਫਿਗਰ 10। In this figure, quantity of output is shown on x-axis and price of commodity is on y-axis। SS supply और cost curve आ। SS supply and cost curve आ ते जिहड़ी ਇਹ ਸਲੋਪ ਡਾਊਨਵਰਡਸ ਆ ਬਿਕਾਜ਼ ਕਿ ਜਦੋਂ ਪ੍ਰੋਡਕਸ਼ਨ ਇਨਕਰੀਜ਼ ਹੋ ਰਿਹਾ ਆ ਅਤੇ ਜਿਹੜੀ ਕੋਸਟ ਆ ਉਹ ਡਿਕਰੀਜ਼ ਕਰਦੀ ਆ ਇਨ ਟੂ ਦੀ ਲਾਅ ਆਫ ਇਨਕਰੀਜ਼ਿੰਗ ਰਿਟਰਨ ਟੂ ਸਕੇਲ ਦੇ ਵਿੱਚ। ਸਪੋਜ਼ ਜਿਹੜੀ ਇਨੀਸ਼ੀਅਲ ਡਿਮਾਂਡ ਕਰਵ ਆ ਉਹ DD ਆ ਐਂਡ ਇਹ ਇੰਟਰਸੈਕਟ ਕਰਦੀ ਆ ਸਪਲਾਈ ਕਰਵ SS ਨੂੰ ਐਟ ਪੁਆਇੰਟ E ਉੱਤੇ। ਇਕੁਲਿਬਰੀਅਮ ਪ੍ਰਾਈਸ ਦੈਨ ਡਿਟਰਮਿਨ ਹੁੰਦਾ ਦੈਟ ਇਜ਼ OP ਐਂਡ ਇਕੁਲਿਬਰੀਅਮ ਆਊਟਪੁੱਟ ਇਜ਼ ON। ਵੈਨ ਡਿਮਾਂਡ ਇਨਕਰੀਜ਼ ਐਜ਼ ਸ਼ੋਨ ਔਨ ਬਾਈ D1 ਕਰਵ ਕਿ ਜਦੋਂ ਡਿਮਾਂਡ ਇਨਕਰੀਜ਼ ਕਰਦੀ ਆ ਅਤੇ ਉਹ ਇੰਟਰਸੈਕਟ ਕਰਦੀ ਆ ਸਪਲਾਈ ਕਰਵ ਨੂੰ SS ਕਰਵ ਨੂੰ ਐਟ ਪੁਆਇੰਟ E1 ਦੇ ਉੱਪਰ। ਐਟ ਦਿਸ ਨਿਊ ਇਕੁਲਿਬਰੀਅਮ ਪੁਆਇੰਟ ਜਿਹੜੇ ਨਿਊ ਪ੍ਰਾਈਸ ਫਿਕਸ ਹੁੰਦੀ ਆ ਦੈਟ ਇਜ਼ OP1 ਐਂਡ ਜਿਹੜੀ ਕੁਆਂਟਿਟੀ ਆ ਦੈਟ ਇਜ਼ OM।
ਇਸ ਦਾ ਜਿਹੜਾ ਪ੍ਰੋਡਕਸ਼ਨ ਜਦੋਂ ON to OM ਇਨਕਰੀਜ਼ ਕਰ ਜਾਂਦਾ ਹੈ ਅਤੇ ਉਸ ਦੇ ਨਾਲ ਜਿਹੜੀ ਪ੍ਰਾਈਸ ਆ ਉਹ ਫੋਲ ਹੋ ਜਾਂਦੀ ਆ OP ਤੋਂ OP1 ਇਨ ਫਿਗਰ 10 therefore shows that due to the application of law of decreasing cost or increasing return to scale ਕਿ ਜਦੋਂ ਪ੍ਰੋਡਕਸ਼ਨ ਇਨਕਰੀਜ਼ ਕਰਦਾ ਆ ਡਿਮਾਂਡ ਦੇ ਇਨਕਰੀਜ਼ ਹੋਣ ਦੇ ਨਾਲ ਉਸ ਦੇ ਨਾਲ ਜਿਹੜੀ ਨੋਰਮਲ ਪ੍ਰਾਈਸਿਸ ਆ ਉਹ ਕੀ ਆ ਫੋਲ ਕਰ ਜਾਂਦੀਆਂ। Next is normal price and law of diminishing returns to scale or increasing cost industry. Law of diminishing returns is also called law of increasing cost. According to this law ਕਿ ਜਦੋਂ ਇੰਡਸਟਰੀ ਆਪਣੇ ਪ੍ਰੋਡਕਸ਼ਨ ਨੂੰ ਇਨਕਰੀਜ਼ ਕਰਦੀ ਆ ਤਾਂ ਉਸਨੂੰ ਬਹੁਤ ਸਾਰੀਆਂ ਡਿਸਇਕੋਨਮੀਜ਼ ਨੂੰ ਸਫਰ ਕਰਨਾ ਪੈਂਦੇ ਆ ਜਿਸ ਕਾਰਨ ਜਿਹੜੀ ਮਾਰਜਨਲ ਅਤੇ ਐਵਰੇਜ ਕੋਸਟ ਆ ਉਹ ਰਾਈਜ਼ ਕਰਨਾ ਸਟਾਰਟ ਕਰ ਜਾਂਦੀ ਆ। ਰਾਈਜ਼ ਇਨ ਕੋਸਟ ਲੀਡਸ ਟੂ ਰਾਈਜ਼ ਇਨ ਪ੍ਰਾਈਸ। ਕੋਸਟ ਦੇ ਵਿੱਚ ਇਨਕਰੀਜ਼ ਹੋਣ ਦੇ ਕਾਰਨ ਪ੍ਰਾਈਸ ਵੀ ਇਨਕਰੀਜ਼ ਕਰਨਾ ਸਟਾਰਟ ਕਰ ਜਾਂਦੀ ਆ ਜਿਸ ਕਾਰਨ ਬਿਕੋਜ਼ ਇਨ ਦੀ ਲੌਂਗ ਰਨ ਜਿਹੜੀ ਪ੍ਰਾਈਸ ਆ ਉਹ ਹਮੇਸ਼ਾ ਆਲਵੇਜ਼ ਇਕੁਅਲ ਹੁੰਦੀ ਆ ਮਾਰਜਨਲ ਐਂਡ ਐਵਰੇਜ ਕੋਸਟ ਦੇ। ਲੌਂਗ ਰਨ ਵਿੱਚ ਪ੍ਰਾਈਸ ਹਮੇਸ਼ਾ ਮਾਰਜਨਲ ਕੋਸਟ ਐਂਡ ਐਵਰੇਜ ਕੋਸਟ 'ਤੇ ਇਕੁਅਲ ਹੁੰਦੀ ਆ। ਇਸ ਕਾਰਨ ਜਦੋਂ ਮਾਰਜਨਲ ਕੋਸਟ ਅਤੇ ਐਵਰੇਜ ਕੋਸਟ ਵੱਧਦੀ ਆ ਅਤੇ ਉਸ ਕਾਰਨ ਜਿਹੜੀ ਨੋਰਮਲ ਪ੍ਰਾਈਸ ਆ ਉਹ ਵੀ ਇਨਕਰੀਜ਼ ਕਰਨਾ ਸਟਾਰਟ ਕਰ ਜਾਂਦੀ ਆ। ਇਟ ਕੈਨ ਦੇਅਰਫੋਰ ਬੀ ਕਨਕਲੂਡਡ ਦੈਟ normal price of those goods which are produced under law of increasing cost will tends to increase if more is produced in response to increase in demand. That means ਕਿ ਜਦੋਂ ਡਿਮਾਂਡ ਦੇ ਇਨਕਰੀਜ਼ ਹੋਣ ਦੇ ਨਾਲ ਅਸੀਂ ਜ਼ਿਆਦਾ ਪ੍ਰੋਡਕਸ਼ਨ ਕਰਦੇ ਹਾਂ ਤਾਂ ਉਹਨਾਂ ਗੁੱਡਸ ਦੀ ਪ੍ਰਾਈਸ ਇਨਕਰੀਜ਼ ਕਰਨਾ ਸਟਾਰਟ ਕਰ ਜਾਂਦੀ ਆ ਜਿਨ੍ਹਾਂ ਦਾ ਪ੍ਰੋਡਕਸ਼ਨ ਅਸੀਂ law of increasing cost ਦੇ ਵਿੱਚ ਕਰਦੇ ਹਾਂ। It is explained with the help of figure 11. In this figure SS supply curve that rise upward from left to right. Upward ਇਸ ਲਈ ਆ because marginal cost and average cost ਜਦੋਂ ਅਸੀਂ law of diminishing return ਜਾਂ increasing cost ਦੇ ਅੰਡਰ ਪ੍ਰੋਡਕਸ਼ਨ ਕਰਦੇ ਹਾਂ ਤਾਂ ਸਾਡੀ ਕੋਸਟ ਵਧਣ ਲੱਗਦੀ ਆ। ਕੋਸਟ ਵਧਣ ਲੱਗਦੀ ਆ ਦੈਟ ਮੀਨਸ ਇਸ ਲਈ ਅਪਵਰਡ ਸਲੋਪਿੰਗ ਆ ਕਿ ਕੋਸਟ ਇਨਕਰੀਜ਼ ਕਰ ਰਹੀ ਆ। ਜਿਹੜੀ SS ਸਪਲਾਈ ਕਰਵ ਉਹ ਸ਼ੋ ਕੀ ਕਰਦੀ ਆ ਦੈਟ ਕਿ ਜਦੋਂ ਮੋਰ ਐਂਡ ਮੋਰ ਕੁਆਂਟਿਟੀ ਨੂੰ ਪ੍ਰੋਡਿਊਸ ਕੀਤਾ ਜਾਂਦਾ ਅਤੇ ਜਿਹੜੀ ਕੋਸਟ ਆਫ ਪ੍ਰੋਡਕਸ਼ਨ ਆ ਉਹ ਵੀ ਕੀ ਕਰਦੀ ਜਾਂਦੀ ਆ ਇਨਕਰੀਜ਼ ਕਰਦੀ ਜਾਂਦੀ ਆ। ਜਿਵੇਂ ਜਿਵੇਂ ਕੁਆਂਟਿਟੀ ਨੂੰ ਪ੍ਰੋਡਕਸ਼ਨ ਕਰਦੇ ਜਾਵਾਂਗੇ ਕੋਸਟ ਕੀ ਕਰਦੀ ਜਾਏਗੀ ਇਨਕਰੀਜ਼ ਕਰਦੀ ਜਾਏਗੀ। ਸਪੋਜ਼ ਇਨੀਸ਼ੀਅਲ ਡਿਮਾਂਡ ਕਰਵ DD ਆ ਇਹ ਇੰਟਰਸੈਕਟ ਕਰਦੀ ਆ ਸਪਲਾਈ ਕਰਵ SS ਨੂੰ ਐਟ ਪੁਆਇੰਟ E ਦੇ ਉੱਪਰ ਅਤੇ ਉਸ ਕਾਰਨ ਜਿਹੜੀ ਕੁਆਂਟਿਟੀ ਫਿਕਸ ਹੋਈ ਦੈਟ ਇਜ਼ OQ and price is OP. when demand increase ਕਰਦੀ ਆ ਅਤੇ ਉਸ ਨਾਲ ਕੀ ਹੁੰਦਾ ਡਿਮਾਂਡ ਕਰਵ ਅਪਵਰਡ ਸ਼ਿਫਟ ਕਰਕੇ ਕੀ ਹੋ ਜਾਂਦਾ ਦੈਟ ਇਜ਼ D1 ਅਤੇ ਉਹ SS ਕਰਵ ਨੂੰ ਕੱਟ ਕਰਦਾ ਦੈਟ ਇਜ਼ E1 ਪੁਆਇੰਟ ਦੇ ਉੱਪਰ। ਨੋਰਮਲ ਪ੍ਰਾਈਸ ਕੀ ਹੁੰਦੀ ਆ ਰਾਈਜ਼ ਕਰਕੇ ਉਹ OP2 OP1 ਹੋ ਜਾਂਦੀ ਆ ਐਂਡ ਪ੍ਰੋਡਕਸ਼ਨ ਇਨਕਰੀਜ਼ ਕਰਕੇ OQ2 OQ1 ਹੋ ਜਾਂਦਾ ਆ। ਕੈਨ ਦੇਅਰਫੋਰ ਬੀ ਕਨਕਲੂਡਡ ਦੈਟ ਕਿ ਜਦੋਂ ਡਿਮਾਂਡ ਨੂੰ ਪੂਰਾ ਕਰਨ ਦੇ ਲਈ ਗੁੱਡਸ ਦਾ ਪ੍ਰੋਡਕਸ਼ਨ ਜ਼ਿਆਦਾ ਕੀਤਾ ਜਾਂਦਾ ਹੈ ਤਾਂ ਉਹਨਾਂ ਗੁੱਡਸ ਦੀ ਜਿਹੜੀ ਨੋਰਮਲ ਪ੍ਰਾਈਸ ਆ ਉਹ ਇਨਕਰੀਜ਼ ਕਰਨਾ ਸਟਾਰਟ ਕਰ ਜਾਂਦੀ ਆ ਜਿਨ੍ਹਾਂ ਦਾ ਪ੍ਰੋਡਕਸ਼ਨ ਲਾਅ ਆਫ ਇਨਕਰੀਜ਼ਿੰਗ ਕੋਸਟ ਦੇ ਵਿੱਚ ਕੀਤਾ ਜਾਂਦਾ ਹੈ। ਜਦੋਂ ਲਾਅ ਆਫ ਇਨਕਰੀਜ਼ਿੰਗ ਕੋਸਟ ਦੇ ਵਿੱਚ ਪ੍ਰੋਡਕਸ਼ਨ ਕਰਦੇ ਆ ਅਤੇ ਕੋਸਟ ਇਨਕਰੀਜ਼ ਕਰ ਜਾਂਦੀ ਆ। ਜਦੋਂ ਕੋਸਟ ਕਿਸੇ ਪ੍ਰੋਡਿਊਸਰ ਦੀ ਜ਼ਿਆਦਾ ਲੱਗੇਗੀ ਤਾਂ ਓਬਵੀਅਸਲੀ ਉਹ ਕੀ ਜ਼ਿਆਦਾ ਪ੍ਰਾਈਸ ਚਾਰਜ ਕਰੇਗਾ। ਠੀਕ ਹੈ, ਇਸ ਕਾਰਨ ਇਨਕਰੀਜ਼ਿੰਗ ਕੋਸਟ ਦੇ ਵਿੱਚ ਜਿਹੜੀ ਨੋਰਮਲ ਪ੍ਰਾਈਸ ਆ ਉਹ ਇਨਕਰੀਜ਼ ਕਰਦੀਆਂ ਜਾਂ ਰੇਜ਼ ਕਰਨਾ ਸਟਾਰਟ ਕਰ ਜਾਂਦੀਆਂ। ਜਿਵੇਂ ਜਿਵੇਂ ਪ੍ਰੋਡਕਸ਼ਨ ਇਨਕਰੀਜ਼ ਕੀਤਾ ਜਾਂਦਾ ਹੈ ਪ੍ਰਾਈਸ ਵੀ ਰਾਈਜ਼ ਕਰ ਜਾਂਦੀਆਂ। ਨੈਕਸਟ ਇਜ਼ normal price and law of constant returns to scale or constant cost industry. Law of constant returns is also called law of constant cost. According to this law ਕਿ ਜਦੋਂ ਆਊਟਪੁੱਟ ਕਮੋਡਿਟੀ ਦੀ ਆਊਟਪੁੱਟ ਨੂੰ ਇਨਕਰੀਜ਼ ਕੀਤਾ ਜਾਂਦਾ ਹੈ ਅਤੇ ਉਸਦੀ ਐਵਰੇਜ ਅਤੇ ਮਾਰਜਨਲ ਕੋਸਟ ਕੌਂਸਟੈਂਟ ਰਹਿੰਦੀ ਆ। ਇਸ ਕਾਰਨ ਜਦੋਂ ਐਵਰੇਜ ਕੋਸਟ
ਤੇ ਮਾਰਜਨਲ ਕੋਸਟ ਕੌਂਸਟੈਂਟ ਰਹਿੰਦੇ ਆ ਤੇ ਪ੍ਰਾਈਸ ਵੀ ਆ ਉਹ ਵੀ ਕੌਂਸਟੈਂਟ ਰਹਿੰਦੀ ਆ। ਦੈਟ ਮੀਨਸ ਕਿ ਜਦੋਂ ਐਵਰੇਜ ਤੇ ਮਾਰਜਨਲ ਕੋਸਟ ਉਹਨਾਂ ਵਿੱਚ ਕੋਈ ਚੇਂਜ ਨਹੀਂ ਆਉਂਦਾ ਤੇ ਪ੍ਰਾਈਸ ਦੇ ਵਿੱਚ ਵੀ ਕੋਈ ਚੇਂਜ ਨਹੀਂ ਆਉਂਦਾ, ਉਹ ਵੀ ਫਿਕਸਡ ਰਹਿੰਦੀ ਆ। ਦੈਟ ਮੀਨਸ ਕਿ ਪ੍ਰੋਡਕਸ਼ਨ ਦੇ ਵਿੱਚ ਇਨਕਰੀਜ਼ ਹੋਣ ਦੇ ਨਾਲ ਜਾਂ ਡਿਕਰੀਜ਼ ਹੋਣ ਦੇ ਨਾਲ ਉਸ ਦਾ ਨੋਰਮਲ ਪ੍ਰਾਈਸ ਦੇ ਉੱਪਰ ਕੋਈ ਇਫੈਕਟ ਨਹੀਂ ਪੈਂਦਾ। It is shown in figure 12. In this figure, SS सप्लाई करवा जो कि पैरलर आ एक्स एक्सेस से। दैट मीनस कि कॉस्ट विच कोई चेंज नहीं आ रहा, भावें प्रोडक्शन फर्म ज़्यादा कर रही है या घट कर रही है, बिकॉज वो किस लॉ के अंडर ऑपरेट कर रही है, लॉ ऑफ कॉन्सटेंट रिटर्न टू स्केल। दैट मीनस कि जी नॉर्मल प्राइस आ वो हमेशा कॉन्सटेंट ही रहेगी, दैट इज़ OP1, भावें प्रोडक्शन इनक्रीज़ होए या डिक्रीज़ होए। सपोज जी इनिशियल डिमांड करव आ DD आ वो इंटरसैक्ट करती आ E पॉइंट के उपर, विच इज़ द इक्विलिब्रियम पॉइंट, एंड OP की आ प्राइस, एंड OQ इज़ द इक्विलिब्रियम आउटपुट। अगर डिमांड इनक्रीज़ कर जाती आ एज शोन बाय D1 एंड D1 डिमांड करव कि वो न्यू इक्विलिब्रियम पॉइंट स्टैबलिश होंदा, दैट इज़ E1 पॉइंट। तो उस कारण जी नॉर्मल प्राइस आ वो स्टे ही रहिंदी उसी पॉइंट ते। नॉर्मल प्राइस इज़ फिक्स क्योंकि कॉन्सटेंट लॉ ऑफ कॉन्सटेंट रिटर्न टू स्केल के अंदर प्रोडक्शन कर रहे हैं, इसलिए प्राइस की सेम रहिंदी है, बट जो आउटपुट इनक्रीज़ करके की हो जाना, दैट इज़ OQ1। इसलिए लॉ ऑफ कॉन्सटेंट रिटर्न टू स्केल के अंदर अगर कोई भी प्रोड्यूसर या फर्म प्रोडक्शन करता, चाहे वो इनक्रीज़ करता अपने प्रोडक्शन के विच या डिक्रीज़ करता, उसके कारण प्राइस विच चेंज नहीं आता, बिकॉज मार्जिनल कॉस्ट ते एवरेज कॉस्ट कॉन्सटेंट रहंदी आ, जिस कारण जिहड़ी प्रोडक्ट की प्राइस आ वो भी कॉन्सटेंट या फिक्सड रहंदी आ, उस विच कोई चेंज नहीं आता। इस तरह लॉन्ग रन दे विच जिहड़ी सप्लाई करव दी स्लोप आ, जिहड़ी सप्लाई करव आ वो अपवर्ड स्लोपिंग हुंदी आ, कई बार डाउनवर्ड स्लोपिंग हुंदी आ, एंड कई बार कॉन्सटेंट हुंदी आ। जदों इनक्रीजिंग रिटर्न टू स्केल के अंडर प्रोडक्शन करदी आ, दैन जिहड़ी सप्लाई करव आ वो डाउनवर्ड स्लोपिंग हुंदी आ, ते जदों लॉ ऑफ डिमिनिशिंग रिटर्न टू स्केल के अंडर काम करदी आ, दैन अपवर्ड स्लोपिंग हुंदी आ, एंड जदों लॉ ऑफ कॉन्सटेंट रिटर्न टू स्केल के अंडर प्रोडक्शन करदी आ, ते दैन की हुंदी आ, दैट इज़ फिक्सड हुंदी आ, हॉरीजोंटल हुंदी आ, एक्स एक्सिस से। इस तरह लॉन्ग रन जिहड़ी सप्लाई करव दी स्लोप आ वो डिपेंड करदी आ लॉ ऑफ रिटर्न टू स्केल के उपर।